ਹੈਲੋ ਦੋਸਤੋ, ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ। ਅੱਜ ਦੀ ਵੀਡੀਓ ਵਿੱਚ ਅੰਗਰੇਜ਼ੀ ਪੈਡਾਗੋਜੀ ਦੀ ਪਹਿਲੀ ਕਲਾਸ ਦੇ ਵਿੱਚ ਕਾਫੀ ਕੁਝ ਸਿੱਖਣ ਜਾ ਰਹੇ ਹਾਂ। ਜਿਹੜੇ ਸਾਥੀ ਪੀਐਸ ਟੈਟ ਐਗਜ਼ਾਮ ਦੀ ਤਿਆਰੀ ਕਰ ਰਹੇ ਹੈ, 1 ਦਸੰਬਰ 2024 ਨੂੰ ਤੁਹਾਡਾ ਪੀਐਸ ਟੈਟ ਦਾ ਐਗਜ਼ਾਮ ਕੰਡਕਟ ਕਰਵਾਇਆ ਜਾਣਾ ਹੈ। ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਆਪਾਂ ਇਸ ਵੀਡੀਓ ਨੂੰ ਬਣਾ ਰਹੇ ਹਾਂ। ਜੇਕਰ ਤੁਸੀਂ ਇਹਨਾਂ ਵੀਡੀਓਜ਼ ਨੂੰ ਧਿਆਨ ਨਾਲ ਵੇਖੋਗੇ ਲਾਸਟ ਤੱਕ ਤਾਂ ਤੁਹਾਡੇ ਜਿਹੜੇ ਨੰਬਰ ਨੇ ਜੀ ਉਹ ਬਹੁਤ ਚੰਗੇ ਆਉਣਗੇ ਐਂਡ ਜਿਸ ਦੇ ਨਾਲ ਤੁਸੀਂ ਆਪਣੀ ਪੀਐਸ ਟੈਟ ਦੀ ਪ੍ਰੀਖਿਆ ਕਲੀਅਰ ਕਰ ਸਕਦੇ ਹੋ। ਬੜੇ ਹੀ ਬੇਸਿਕ ਜੇ ਤਰੀਕੇ ਨਾਲ ਮੈਂ ਤੁਹਾਨੂੰ ਸਾਰੀਆਂ ਗੱਲਾਂ ਪੰਜਾਬੀ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਸੋ ਮੇਰੇ ਐਫਰਟ ਲਈ ਇੱਕ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇਕਰ ਤੁਸੀਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ। ਅੱਜ ਦੀ ਕਲਾਸ ਵਿੱਚ ਜਿੰਨੀਆਂ ਵੀ ਟਰਮਸ ਆਪਾਂ ਸਮਝਾਂਗੇ ਉਹਨਾਂ ਨੂੰ ਤੁਸੀਂ ਧਿਆਨ ਨਾਲ ਦੇਖਣਾ ਹੈ, ਕਿਉਂਕਿ ਪਾਸਟ ਦੇ ਵਿੱਚ ਕਾਫੀ ਵਾਰ ਪ੍ਰਸ਼ਨ ਇੱਥੋਂ ਬਣ ਚੁੱਕੇ ਨੇ। ਸੋ ਆਪਾਂ ਨੇਚਰ ਆਫ ਲੈਂਗੁਏਜ ਦੀ ਗੱਲ ਕਰ ਰਹੇ ਹਾਂ। ਪਹਿਲਾ ਜਿਹੜਾ ਪੁਆਇੰਟ ਹੈਗਾ ਆ, ਲੈਂਗੁਏਜ ਐਜ਼ ਅ ਮੀਡੀਅਮ ਆਫ ਐਕਸਪ੍ਰੈਸ਼ਨ। ਲੈਂਗੁਏਜ ਭਾਸ਼ਾ ਨੂੰ ਤੁਸੀਂ ਕਹਿੰਦੇ ਹੋ। ਭਾਸ਼ਾ ਦੀ ਵਰਤੋਂ ਤੁਸੀਂ ਕਿਉਂ ਕਰਦੇ ਹੋ? ਜਦੋਂ ਤੁਸੀਂ ਆਪਣੇ ਵਿਚਾਰਾਂ ਨੂੰ ਦੂਜੇ ਸਾਹਮਣੇ ਰੱਖਣਾ ਹੋਵੇ। ਜਿਹੜੇ ਤੁਹਾਡੇ ਵਿਚਾਰ ਹੁੰਦੇ ਨੇ, ਤੁਹਾਡੇ ਆਈਡੀਆਜ਼ ਹੁੰਦੇ ਨੇ, ਤੁਹਾਡੀਆਂ ਭਾਵਨਾਵਾਂ ਹੁੰਦੀਆਂ ਨੇ, ਫੀਲਿੰਗਸ ਹੁੰਦੀਆਂ ਨੇ, ਜਦੋਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੂਜੇ ਨੂੰ ਸਮਝਾਉਣ ਦੇ ਲਈ ਭਾਸ਼ਾ ਦੀ ਵਰਤੋਂ ਕਰਦੇ ਹੋ। ਇੱਕ ਉਦਾਹਰਣ ਵੀ ਦਿੱਤੀ ਹੋਈ ਹੈ, ਜਿਵੇਂ ਮੇਰੇ ਸਕੂਲ ਦੇ ਵਿੱਚ ਟ੍ਰਿਪ ਜਾ ਰਿਹਾ ਤਾਂ ਮੈਂ ਆਪਣੇ ਦੋਸਤ ਨੂੰ ਕਿਹਾ ਕਿ ਮੈਂ ਬੜਾ ਐਕਸਾਈਟਡ ਹੈਗਾ ਆ ਉਸ ਟ੍ਰਿਪ ਤੇ ਜਾਣ ਦੇ ਲਈ। ਸੋ ਮੇਰੇ ਹਾਵ ਭਾਵ, ਖੁਸ਼ੀ ਵਾਲੇ ਐਕਸਪ੍ਰੈਸ਼ਨ, ਭਾਸ਼ਾ ਦੀ ਮਦਦ ਨਾਲ ਮੈਂ ਆਪਣੀਆਂ ਫੀਲਿੰਗਸ, ਆਪਣੇ ਐਕਸਪ੍ਰੈਸ਼ਨ ਸ਼ੇਅਰ ਕਰ ਰਿਹਾ ਆਪਣੇ ਦੋਸਤ ਦੇ ਨਾਲ। ਸੋ ਭਾਸ਼ਾ ਦੀ ਵਰਤੋਂ ਐਕਸਪ੍ਰੈਸ ਕਰਨ ਦੇ ਲਈ ਕੀਤੀ ਜਾਂਦੀ ਹੈ। ਦੂਜਾ ਪੁਆਇੰਟ ਹੈਗਾ ਆ ਕਰੈਕਟਰਿਸਟਿਕਸ ਆਫ ਲੈਂਗੁਏਜ। ਭਾਸ਼ਾ ਦੇ ਤੁਹਾਨੂੰ ਕੁਝ ਗੁਣ ਵੇਖਣ ਨੂੰ ਮਿਲਦੇ ਹੈਗੇ ਆ, ਫੀਚਰਸ ਦੇਖਣ ਨੂੰ ਮਿਲਦੇ ਆ, ਜਿਹੜੇ ਕਿ ਗੈਸਚਰਸ ਐਂਡ ਸਿਗਨਲਸ ਤੋਂ ਅਲੱਗ ਹੁੰਦੇ ਆ। ਜਿਹਦੇ ਵਿੱਚ ਇਹਨਾਂ ਨੇ 3 ਪੁਆਇੰਟਸ ਦੀ ਗੱਲ ਕੀਤੀ ਹੈ, ਸਿੰਬੋਲਿਕ, ਡਾਇਨਾਮਿਕ, ਆਰਬਿਟਰੇਰੀ। ਸਿੰਬੋਲਿਕ ਕੀ ਹੁੰਦਾ ਹੈ ਜੀ? ਕਿ ਜਿਹੜੇ ਵਰਡਸ ਹੁੰਦੇ ਆ ਉਹ ਸਿੰਬਲਸ ਹੁੰਦੇ ਆ, ਜਿਹੜੇ ਚੀਜ਼ਾਂ ਜਾਂ ਫਿਰ ਜਿਹੜੇ ਵਿਚਾਰ ਹੁੰਦੇ ਨੇ ਜੀ ਉਹਨਾਂ ਨੂੰ ਦਰਸਾਉਂਦੇ ਆ। ਪਰ ਜਿਹੜੇ ਵਰਡਸ ਨੇ ਕੋਈ ਜ਼ਰੂਰੀ ਨਹੀਂ ਹੈਗਾ ਕਿ ਉਸ ਚੀਜ਼ ਵਾਂਗ ਦਿਖਦੇ ਵੀ ਹੋਣ। ਉਦਾਹਰਣ ਦਿੱਤੀ ਹੈ, ਜਿਵੇਂ ਕੁੱਤਾ ਲਿਖਿਆ ਹੋਇਆ, ਡੌਗ ਲਿਖਿਆ ਹੋਇਆ। ਜੇਕਰ ਮੈਂ ਇੱਥੇ ਡੌਗ ਵਰਡ ਲਿਖਤਾ, ਕੀ ਜਿਹੜਾ ਡੌਗ ਵਰਡ ਹੈਗਾ ਆ ਡੌਗ ਵਰਗਾ ਲੱਗਦਾ ਪਿਆ? ਇਹ ਤਾਂ ਸਿਰਫ ਇੱਕ ਵਰਡ ਹੈਗਾ ਆ ਜਿਹੜਾ ਕਿ ਰੀਪ੍ਰੈਜ਼ੈਂਟ ਕਰ ਰਿਹਾ ਕੁੱਤੇ ਨੂੰ। ਆਪਾਂ ਨੂੰ ਇਹਦਾ ਮਤਲਬ ਪਤਾ ਆ, ਪਰ ਇਹ ਕੁੱਤੇ ਵਾਂਗ ਦਿਖ ਨਹੀਂ ਰਿਹਾ। ਸੋ ਇਹ ਸਿੰਬੋਲਿਕ ਹੈ। ਭਾਸ਼ਾ ਦੀ ਗੱਲ ਕੀਤੀ ਜਾ ਰਹੀ ਹੈ ਕਿ ਭਾਸ਼ਾ ਕੀ ਹੈ? ਸਿੰਬੋਲਿਕ ਹੁੰਦੀ ਹੈ। ਦੂਜੇ ਪੁਆਇੰਟ ਤੇ ਹੈ ਜੀ ਡਾਇਨਾਮਿਕ। ਡਾਇਨਾਮਿਕ ਦਾ ਮਤਲਬ ਹੁੰਦਾ ਆ ਕਿ ਚੇਂਜ ਹੁੰਦੀ ਰਹਿੰਦੀ ਹੈ। ਭਾਸ਼ਾ ਜਿਹੜੀ ਹੁੰਦੀ ਹੈ ਚੇਂਜਸ ਓਵਰ ਟਾਈਮ। ਅਕਸਰ ਤੁਸੀਂ ਨੋਟ ਕੀਤਾ ਹੋਣਾ ਆ, ਨਵੇਂ ਸ਼ਬਦ ਭਾਸ਼ਾ ਦੇ ਵਿੱਚ ਐਡ ਕੀਤੇ ਜਾਂਦੇ ਆ ਐਂਡ ਕੁਝ ਵਰਡਸ ਇਹੋ ਜਿਹੇ ਹੁੰਦੇ ਆ ਜਿਹੜੇ ਟਾਈਮ ਦੇ ਨਾਲ ਡਿਸਅਪੀਅਰ ਹੋ ਜਾਂਦੇ ਆ। ਆਪਾਂ ਉਹਨਾਂ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਦੇ। ਪਹਿਲਾਂ ਵਾਲੇ ਟਾਈਮ ਦੇ ਵਿੱਚ ਜਦੋਂ ਆਪਾਂ ਮੋਬਾਈਲ ਜਿਹੜਾ ਵਰਡ ਹੁੰਦਾ ਸੀਗਾ, ਇਹਦਾ ਮਤਲਬ ਕੁਝ ਹੋਰ ਹੁੰਦਾ ਸੀ। ਜਿਹਦਾ ਮਤਲਬ ਹੁੰਦਾ ਸੀਗਾ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣਾ। ਮੋਬਾਈਲ ਦੇ ਮਤਲਬ ਦੀ ਆਪਾਂ ਗੱਲ ਕਰ ਰਹੇ ਹਾਂ। ਬਟ ਅੱਜ ਦੇ ਟਾਈਮ ਦੇ ਵਿੱਚ ਮੋਬਾਈਲ ਜਿਹੜਾ ਵਰਡ ਹੈਗਾ ਆ ਇਹਦਾ ਮਤਲਬ ਹੁੰਦਾ ਆ ਮੋਬਾਈਲ ਫੋਨ। ਸੋ ਭਾਸ਼ਾ ਜਿਹੜੀ ਹੁੰਦੀ ਹੈ ਜੀ ਡਾਇਨਾਮਿਕ ਹੁੰਦੀ ਹੈ, ਆਰਬਿਟਰਰੀ ਹੁੰਦੀ ਹੈ। ਆਰਬਿਟਰਰੀ ਦਾ ਮਤਲਬ ਇਹ ਹੁੰਦਾ ਆ ਕਿ ਕੋਈ ਵੀ ਇਹਦੇ ਵਿੱਚ ਕੁਦਰਤੀ ਕਨੈਕਸ਼ਨ, ਨੈਚੁਰਲ ਕਨੈਕਸ਼ਨ ਨਹੀਂ ਹੁੰਦਾ ਸਾਊਂਡ ਆਫ ਅ ਵਰਡਸ ਐਂਡ ਇਟਸ ਮੀਨਿੰਗ ਦੇ ਨਾਲ। ਕਿ ਜਿਹੜਾ ਆਪਾਂ ਸਾਊਂਡ ਬੋਲ ਰਹੇ ਆ, ਜਿਹੜਾ ਵਰਡ ਆਪਾਂ ਬੋਲ ਰਹੇ ਆ ਐਂਡ ਜੋ ਉਸ ਦਾ ਮੀਨਿੰਗ ਹੈਗਾ ਆ, ਉਹਦਾ ਕੋਈ ਕੁਦਰਤੀ ਕਨੈਕਸ਼ਨ ਵੇਖਣ ਨੂੰ ਨਹੀਂ ਮਿਲਦਾ। ਜਿਵੇਂ ਕਿ ਅੰਗਰੇਜ਼ੀ ਦੇ ਵਿੱਚ ਆਪਾਂ ਕਿਤਾਬ ਨੂੰ ਕਹਿੰਦੇ ਕੀ ਆ? ਬੁੱਕ ਕਹਿ ਦਿੰਨੇ ਆ। ਪਰ ਸਪੈਨਿਸ਼ ਦੇ ਵਿੱਚ ਆਪਾਂ ਲਿਬਰੋ ਕਿਹਾ ਜਾਂਦਾ ਆ। ਅੰਗਰੇਜ਼ੀ ਵਿੱਚ ਬੁੱਕ ਤੇ ਸਪੈਨਿਸ਼ ਦੇ ਵਿੱਚ ਲਿਬਰੋ। ਅੱਗੇ ਕੰਪਲੈਕਸ ਆ ਗਿਆ। ਕੰਪਲੈਕਸ ਦਾ ਮਤਲਬ ਇਹ ਹੈਗਾ ਆ ਕਿ ਭਾਸ਼ਾ ਦੇ ਵਿੱਚ ਤੁਹਾਨੂੰ ਕੁਝ ਨਿਯਮ ਜਾਂ ਫਿਰ ਰੂਲਸ ਦੇਖਣ ਨੂੰ ਮਿਲਦੇ ਆ। ਗ੍ਰਾਮਰ ਰੂਲਸ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਭਾਸ਼ਾ ਨੂੰ ਬੋਲਣ ਲੱਗਿਆਂ ਆਪਾਂ ਨੂੰ ਇਹਨਾਂ ਰੂਲਸ ਨੂੰ ਫੋਲੋ ਕਰਨਾ ਪੈਂਦਾ ਹੈ ਤਾਂ ਜੋ ਜਿਹੜਾ ਸੈਂਟੈਂਸ ਆਪਾਂ ਬੋਲ ਰਹੇ ਹਾਂ ਉਹਦਾ ਕੋਈ ਮਤਲਬ ਬਣ ਸਕੇ। ਜਿਵੇਂ ਕਿ ਕੈਟ ਇਜ਼ ਸਲੀਪਿੰਗ, ਕਿ ਜਿਹੜੀ ਬਿੱਲੀ ਹੈਗੀ ਆ ਸੋ ਰਹੀ ਹੈ। ਆਪਾਂ ਇਹ ਨਹੀਂ ਕਹਿੰਦੇ ਸਲੀਪਿੰਗ ਇਜ਼ ਦ ਕੈਟ। ਸੋ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਤੀਸਰਾ ਜਿਹੜਾ ਪੁਆਇੰਟ ਹੈਗਾ ਜੀ ਲੈਂਗੁਏਜ ਫੈਮਿਲੀਜ਼। ਲੈਂਗੁਏਜ ਜਿਹੜੀਆਂ ਹੁੰਦੀਆਂ ਨੇ ਇਹਨਾਂ ਨੂੰ ਆਪਾਂ
ਗਰੁੱਪਸ ਦੇ ਵਿੱਚ ਵੰਡਦੇ ਹੈਗੇ ਆ, ਫੈਮਿਲੀ ਗਰੁੱਪਸ ਦੇ ਵਿੱਚ ਵੰਡਦੇ ਹੈਗੇ ਆ। ਜਿਵੇਂ ਕਿ ਕੁਝ ਭਾਸ਼ਾਵਾਂ ਇੱਕ ਦੂਜੇ ਨਾਲ ਰਿਲੇਟਡ ਹੁੰਦੀਆਂ ਨੇ, ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਦਾ ਸੇਮ ਓਰੀਜਨ ਹੁੰਦਾ ਆ। ਜਿਵੇਂ ਆਪਣੇ ਪਰਿਵਾਰ ਦੇ ਵਿੱਚ ਜੇ ਕਿਸੇ ਬੱਚੇ ਨੇ ਜਨਮ ਲਿਆ ਤਾਂ ਉਹਦੇ ਤੁਸੀਂ ਨੈਣ ਨਕਸ਼ ਵੇਖਿਓ, ਉਹਦੇ ਹੋਰ ਫੀਚਰਸ ਦੇਖਿਓ, ਪੇਰੈਂਟਸ ਦੇ ਗੁਣ ਵੀ ਬੱਚੇ ਵਿੱਚ ਵੇਖਣ ਨੂੰ ਮਿਲ ਸਕਦੇ ਆ, ਦਾਦਾ ਦਾਦੀ ਦੇ ਵੀ ਗੁਣ ਜਿਹੜੇ ਹੈਗੇ ਆ ਜੀ ਬੱਚੇ ਵਿੱਚ ਦੇਖਣ ਨੂੰ ਮਿਲ ਸਕਦੇ ਆ। ਸੋ ਇਹੀ ਗੱਲ ਇੱਥੇ ਕੀਤੀ ਜਾ ਰਹੀ ਹੈ। ਜਿਵੇਂ ਇਹਨਾਂ ਨੇ ਉਦਾਹਰਣ ਦਿੱਤੀ ਆ ਹਿੰਦੀ ਅਤੇ ਪੰਜਾਬੀ ਦੀ, ਕਿ ਇਹ ਜਿਹੜੀ ਭਾਸ਼ਾਵਾਂ ਨੇ, ਦੋਨੇ ਭਾਸ਼ਾਵਾਂ ਦੀ ਗੱਲ ਕੀਤੀ ਜਾ ਰਹੀ ਆ ਕਿ ਇਹ ਦੋਨੋਂ ਹੀ ਸੇਮ ਲੈਂਗੁਏਜ ਫੈਮਿਲੀ, ਇੱਕੋ ਹੀ ਭਾਸ਼ਾ ਪਰਿਵਾਰ ਤੋਂ ਆਉਂਦੇ ਹੈਗੇ ਆ। ਇਸ ਕਰਕੇ ਇਹਨਾਂ ਦੋਨੋਂ ਭਾਸ਼ਾਵਾਂ ਦੇ ਵਿੱਚ ਤੁਹਾਨੂੰ ਕੁਝ ਸਿਮਿਲਰ ਵਰਡਸ ਵੀ ਵੇਖਣ ਨੂੰ ਮਿਲਦੇ ਹੈਗੇ ਆ। ਚੌਥੇ ਨੰਬਰ ਤੇ ਵੇਖੋ ਜੀ, ਫਾਰਮਸ ਆਫ ਲੈਂਗੁਏਜ, ਔਰਲ ਐਂਡ ਰਿਟਨ। ਕਿ ਜਿਹੜੀ ਭਾਸ਼ਾ ਹੁੰਦੀ ਆ ਇਹਨੂੰ ਮੇਨਲੀ ਦੋ ਭਾਗਾਂ ਵਿੱਚ ਵੰਡ ਦਿੰਦੇ ਆ। ਇੱਕ ਤਾਂ ਹੋ ਗਈ ਆ ਜੀ ਔਰਲ, ਬੋਲ ਚਾਲ ਦੀ ਬੋਲੀ, ਇੱਕ ਹੁੰਦੀ ਆ ਜੀ ਲਿਖਤੀ ਬੋਲੀ, ਰਿਟਨ ਕਹਿ ਸਕਦੇ ਹੋ। ਜਿਵੇਂ ਆਪਾਂ ਗੱਲਬਾਤ ਕਰ ਰਹੇ ਹਾਂ, ਇਹਨੂੰ ਤੁਸੀਂ ਔਰਲ ਭਾਸ਼ਾ ਕਹਿੰਦੇ ਹੋ, ਗੱਲਬਾਤ ਕਰ ਰਹੇ ਹਾਂ। ਰਿਟਨ ਦੇ ਵਿੱਚ ਆਪਾਂ ਅੱਖਰਾਂ ਅਤੇ ਚਿੰਨ੍ਹਾਂ ਦੀ ਵਰਤੋਂ ਕਰਦੇ ਹਾਂ, ਲੈਟਰਸ ਐਂਡ ਸਿੰਬਲਸ ਦੀ ਵਰਤੋਂ ਕਰਕੇ ਆਪਾਂ ਰਿਟਨ ਫਾਰਮ ਦੇ ਵਿੱਚ ਭਾਸ਼ਾ ਨੂੰ ਲਿਖਦੇ ਹੈਗੇ ਆ। ਇਸ ਕਰਕੇ ਭਾਸ਼ਾ ਨੂੰ ਆਪਾਂ ਦੋ ਭਾਗਾਂ ਵਿੱਚ ਵੰਡਦੇ ਆ। ਉਦਾਹਰਣ ਦਿੱਤੀ ਹੈ ਜੀ ਇਹਨਾਂ ਨੇ, ਜਦੋਂ ਅਸੀਂ ਦੋਸਤਾਂ ਨਾਲ ਗੱਲ ਕਰ ਰਹੇ ਹੋਈਏ ਤਾਂ ਆਪਾਂ ਬੋਲ ਕੇ ਗੱਲਬਾਤ ਕਰਦੇ ਹੈਗੇ ਆ। ਇਸ ਤੋਂ ਬਾਅਦ ਜਦੋਂ ਆਪਾਂ ਕੋਈ ਕਹਾਣੀ ਲਿਖ ਰਹੇ ਆ, ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਆਪਾਂ ਰਿਟਨ ਲੈਂਗੁਏਜ ਦੀ ਵਰਤੋਂ ਕਰ ਰਹੇ ਆ। ਇਸ ਤੋਂ ਬਾਅਦ ਪੰਜਵੀਂ ਆਪਸ਼ਨ ਹੈਗੀ ਆ ਲੈਂਗੁਏਜ ਐਜ਼ ਅ ਸਿੰਬੋਲਿਕ ਐਂਡ ਆਰਬੀਟਰੇਰੀ ਸਿਸਟਮ। ਜਿਹੜੇ ਵਰਡਸ ਹੁੰਦੇ ਹੈਗੇ ਆ ਇਹ ਕੁਝ ਸਿੰਬਲਸ ਹੁੰਦੇ ਹੈਗੇ ਆ ਜਿਹੜੇ ਕਿ ਚੀਜ਼ਾਂ ਨੂੰ ਦਰਸਾਉਂਦੇ ਆ, ਪਰ ਇਹਨਾਂ ਦਾ ਕੋਈ ਅਸਲ ਕਾਰਨ ਨਹੀਂ ਹੈਗਾ ਕਿ ਅਸੀਂ ਕੋਈ ਅੱਖਰ ਜਾਂ ਫਿਰ ਜਿਹੜਾ ਵਰਡ ਹੈਗਾ ਆ ਕਿਉਂ ਯੂਜ਼ ਕਰ ਰਹੇ ਆ ਦੂਜੇ ਦੀ ਬਜਾਏ। ਸੋ ਇਹਨਾਂ ਦੇ ਵਿੱਚ ਜਿਹੜਾ ਰਿਲੇਸ਼ਨਸ਼ਿਪ ਵੇਖਣ ਨੂੰ ਮਿਲਦਾ ਹੈ ਵਰਡਸ ਐਂਡ ਮੀਨਿੰਗ ਦੇ ਵਿੱਚ, ਜਿਹੜਾ ਵਰਡ ਹੈਗਾ ਆ, ਸ਼ਬਦ ਹੈਗਾ ਆ, ਐਂਡ ਇਹਦਾ ਮਤਲਬ ਕੀ ਆ, ਇਹ ਰੈਂਡਮ ਹੁੰਦਾ ਆ, ਆਰਬੀਟਰੇਰੀ ਹੁੰਦਾ ਆ, ਇਹਦੇ ਪਿੱਛੇ ਕੋਈ ਲੌਜੀਕਲ ਰੀਜ਼ਨ ਨਹੀਂ ਹੁੰਦਾ। ਉਦਾਹਰਣ ਦਿੱਤੀ ਆ ਇਹਨਾਂ ਨੇ, ਜਿਵੇਂ ਕਿ ਆਪਾਂ ਕਹਿੰਦੇ ਆ ਟਰੀ, ਜਿਹਦਾ ਮਤਲਬ ਹੁੰਦਾ ਆ ਇੱਕ ਵੱਡਾ ਸਾਰਾ ਪੌਦਾ ਜਿਹਦੇ ਪੱਤੇ ਹੁੰਦੇ ਆ, ਬਟ ਫ੍ਰੈਂਚ ਦੇ ਵਿੱਚ ਇਹਨੂੰ ਆਰਬਰ ਕਿਹਾ ਜਾਂਦਾ ਆ, ਜਿਹਦਾ ਕੋਈ ਸਪੈਸੀਫਿਕ ਰੀਜ਼ਨ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦਾ। ਸੋ ਇਹਦਾ ਮਤਲਬ ਇਹ ਹੈਗਾ ਆ ਕਿ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਅਲੱਗ-ਅਲੱਗ ਤੁਹਾਨੂੰ ਸ਼ਬਦ ਵੇਖਣ ਨੂੰ ਮਿਲਦੇ ਹੈਗੇ ਆ ਜਿਨ੍ਹਾਂ ਦੇ ਮਤਲਬ ਹੁੰਦੇ ਆ ਜੀ ਸੇਮ। ਤੇ ਇਸ ਤੋਂ ਬਾਅਦ 6ਵਾਂ ਜਿਹੜਾ ਪੁਆਇੰਟ ਹੈਗਾ ਆ, ਨੋ ਸਪੈਸੀਫਿਕ ਰਿਲੇਸ਼ਨਸ਼ਿਪ ਬਿਟਵੀਨ ਲੈਂਗੁਏਜ ਐਂਡ ਸਕ੍ਰਿਪਟ। ਜਿਹੜੀ ਭਾਸ਼ਾ ਹੈਗੀ ਆ ਤੇ ਜਿਹੜੀ ਲਿਖਤੀ ਭਾਸ਼ਾ ਹੈਗੀ ਆ, ਜਿਹੜੀ ਲਿਪੀ ਹੈਗੀ ਆ, ਉਹਦੀ ਗੱਲ ਕੀਤੀ ਜਾ ਰਹੀ ਹੈ ਕਿ ਐਨੀ ਲੈਂਗੁਏਜ ਕੈਨ ਬੀ ਰਿਟਨ ਇਨ ਡਿਫਰੈਂਟ ਸਕ੍ਰਿਪਟਸ। ਕਿਸੇ ਵੀ ਭਾਸ਼ਾ ਨੂੰ ਕਿਸੇ ਹੋਰ ਲਿਪੀ ਦੇ ਵਿੱਚ ਲਿਖਿਆ ਜਾ ਸਕਦਾ ਆ। ਦੇਅਰ ਇਜ਼ ਨੋ ਫਿਕਸਡ ਕਨੈਕਸ਼ਨ ਬਿਟਵੀਨ ਅ ਲੈਂਗੁਏਜ ਐਂਡ ਦ ਵੇ ਇਟਸ ਰਿਟਨ। ਕਿਸ ਤਰ੍ਹਾਂ ਲਿਖੀ ਜਾਂਦੀ ਹੈ ਇਹਦੇ ਪਿੱਛੇ ਤੁਹਾਨੂੰ ਕੋਈ ਫਿਕਸ ਕਨੈਕਸ਼ਨ ਵੇਖਣ ਨੂੰ ਨਹੀਂ ਮਿਲੇਗਾ। ਜਿਵੇਂ ਇਹਨਾਂ ਨੇ ਹਿੰਦੀ ਦੀ ਉਦਾਹਰਣ ਦਿੱਤੀ ਹੈ ਕਿ ਹਿੰਦੀ ਦੇ ਵਿੱਚ ਦੇਵਨਾਗਰੀ ਸਕ੍ਰਿਪਟ ਹੁੰਦੀ ਹੈ, ਦੇਵਨਾਗਰੀ ਲਿਪੀ ਹਿੰਦੀ ਵਿੱਚ ਵੇਖਣ ਨੂੰ ਮਿਲਦੀ ਹੈ, ਪੰਜਾਬੀ ਵਿੱਚ ਗੁਰਮੁਖੀ ਵੇਖਣ ਨੂੰ ਮਿਲਦੀ ਹੈਗੀ ਹੈ। ਬਟ ਲੋਕ ਜਿਹੜੇ ਹੁੰਦੇ ਨੇ ਉਹਨਾਂ ਦੁਆਰਾ ਅੰਗਰੇਜ਼ੀ ਲੈਟਰਸ ਦੀ ਵਰਤੋਂ ਕਰਕੇ ਹਿੰਦੀ ਸ਼ਬਦ ਲਿਖੇ ਜਾਂਦੇ ਆ। ਜਿਵੇਂ ਕਿ ਜਿਹੜਾ ਨਮਸਤੇ ਵਰਡ ਹੈਗਾ ਆ, ਵੈਸੇ ਤਾਂ ਹਿੰਦੀ ਦਾ ਸ਼ਬਦ ਹੈਗਾ ਆ, ਪਰ ਇੱਥੇ ਇਹਨਾਂ ਨੇ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਨਮਸਤੇ। ਭਾਵ ਇਹ ਕਿ ਜਿਹੜੇ ਇੰਗਲਿਸ਼ ਦੀ ਰੋਮਨ ਲਿਪੀ ਹੁੰਦੀ ਆ ਉਹਦੇ ਵਿੱਚ ਲਿਖਿਆ ਹੋਇਆ ਹਿੰਦੀ ਦਾ ਜਿਹੜਾ ਵਰਡ ਹੈਗਾ ਆ ਨਮਸਤੇ, ਤੇ ਸੇਮ ਗੱਲ ਸ਼ੁਕਰੀਆ ਦੇ ਲਈ ਆਪਾਂ ਯੂਜ਼ ਕਰ ਸਕਦੇ ਹਾਂ। ਜਿਵੇਂ ਮੈਂ ਪੰਜਾਬੀ ਵਿੱਚ ਲਿਖਣਾ ਹੋਵੇ ਕਿ ਕਿੱਥੇ ਜਾ ਰਹੇ ਹੋ, ਜੇ ਮੈਂ ਇਹ ਲਿਖਾਂ, ਇਹ ਤਾਂ ਮੈਂ ਵੈਸੇ ਲਿਖਿਆ ਇੰਗਲਿਸ਼ ਦੇ ਵਿੱਚ ਹੈ ਬਟ ਲਿਖਤਾ ਮੈਂ ਪੰਜਾਬੀ ਰਿਹਾ। ਸੋ ਇਹੀ ਗੱਲ ਇੱਥੇ ਇਹਨਾਂ ਨੇ ਸਮਝਾਈ ਹੋਈ ਹੈ ਕਿ ਕੋਈ ਵੀ ਸਪੈਸੀਫਿਕ ਰਿਲੇਸ਼ਨਸ਼ਿਪ ਤੁਹਾਨੂੰ ਨਹੀਂ ਵੇਖਣ ਨੂੰ ਮਿਲਦਾ ਭਾਸ਼ਾ ਅਤੇ ਲਿਪੀ ਦੇ ਵਿੱਚ। ਉਸ ਤੋਂ ਬਾਅਦ ਆ ਗਿਆ ਜੀ, ਇਹ ਵੀ ਕਾਫੀ ਇੰਪੋਰਟੈਂਟ ਹੈ, ਫੋਨੀਮਸ, ਮੋਰਫੀਮਸ, ਸਿੰਟੈਕਸ ਐਂਡ ਸਿਮੈਂਟਿਕਸ। ਇਹਨਾਂ ਚਾਰੇ ਵਰਡਸ ਦੇ ਜਿਹੜੇ ਮੀਨਿੰਗ ਹੈਗੇ ਆ ਇਹ ਸਮਝ ਲਓ। ਫੋਨੀਮ ਤੁਸੀਂ ਕਹਿੰਦੇ ਹੋ ਸਮੋਲੈਸਟ ਸਾਊਂਡ ਇਨ ਅ ਲੈਂਗੁਏਜ, ਸਭ ਤੋਂ ਛੋਟੀ ਇਕਾਈ ਆਵਾਜ਼ ਦੀ, ਉਹਨੂੰ ਤੁਸੀਂ ਫੋਨੀਮ ਦਾ ਨਾਮ ਦਿੰਦੇ ਹੋ, ਸਭ ਤੋਂ ਛੋਟੀ ਇਕਾਈ। ਇਹਨਾਂ ਦੀ ਵਰਤੋਂ ਕਰਕੇ ਹੀ ਆਪਾਂ ਜਿਹੜੇ ਸ਼ਬਦ ਹੁੰਦੇ ਨੇ ਜੀ ਉਹ ਆਪਾਂ ਬਣਾਉਂਦੇ ਹੈਗੇ ਆ। ਜਿਵੇਂ ਇਹਨਾਂ ਨੇ ਇੱਕ ਸ਼ਬਦ ਦਿੱਤਾ ਹੋਇਆ ਬੈਟ, ਜਿਹੜਾ ਬੈਟ ਸ਼ਬਦ ਹੈਗਾ ਆ ਇੱਥੇ ਇਹਨਾਂ ਨੇ ਬ ਅ ਟ, ਸੋ ਇਹਨਾਂ ਨੂੰ ਜੋੜ ਕੇ ਹੀ ਬੈਟ ਸ਼ਬਦ ਬਣਿਆ ਆ। ਸੋ ਸਭ ਤੋਂ ਜਿਹੜੀ ਛੋਟੀ ਇਕਾਈ ਆ ਜਿਵੇਂ ਬ ਅ ਟ, ਇਹਨਾਂ ਨੂੰ ਤੁਸੀਂ ਫੋਨੀਮ ਦਾ ਨਾਮ ਦਿੰਦੇ ਹੋ। ਇਹਨਾਂ ਨੂੰ ਹੀ ਆਪਾਂ ਕਹਿੰਦੇ ਆ ਦ ਸਮੋਲੈਸਟ ਸਾਊਂਡ ਇਨ ਅ ਲੈਂਗੁਏਜ।
ਦੂਜੇ ਨੰਬਰ ਤੇ ਵੇਖੋ ਮੋਰਫੀਮਸ। ਮੋਰਫੀਮਸ ਕੀ ਹੁੰਦੀ ਹੈ ਜੀ? ਸਮੋਲੈਸਟ ਯੂਨਿਟ ਆਫ ਮੀਨਿੰਗ ਇਨ ਅ ਵਰਡ, ਕਿ ਵਰਡ ਦੇ ਵਿੱਚ ਸਭ ਤੋਂ ਜਿਹੜੀ ਛੋਟੀ ਇਕਾਈ ਹੁੰਦੀ ਆ ਜਿਹਦਾ ਕੋਈ ਮਤਲਬ ਬਣ ਰਿਹਾ ਹੁੰਦਾ। ਜਿਵੇਂ ਇਹਨਾਂ ਨੇ ਇੱਕ ਉਦਾਹਰਣ ਦਿੱਤੀ ਹੈ ਕਿ ਅਨਹੈਪੀ ਇੱਕ ਵਰਡ ਹੈਗਾ ਆ। ਅਨਹੈਪੀ ਦੇ ਵਿੱਚ ਸਭ ਤੋਂ ਛੋਟੀ ਇਕਾਈ ਜਿਹੜੀ ਮੀਨਿੰਗਫੁਲ ਹੋਵੇ, ਜਿਵੇਂ ਕਿ ਅਨ ਮੀਨਸ ਕੀ ਹੁੰਦਾ ਆ? ਨਹੀਂ। ਹੈਪੀ ਹੁੰਦਾ ਆ ਜੋਇਫੁਲ। ਸੋ ਸਭ ਤੋਂ ਜਿਹੜੀ ਛੋਟੀ ਇਕਾਈ ਹੋਵੇ ਜਿਹਦਾ ਕੋਈ ਮਤਲਬ ਬਣਦਾ ਹੋਵੇ ਉਹਨੂੰ ਤੁਸੀਂ ਮੋਰਫੀਮਸ ਦਾ ਨਾਮ ਦਿੰਦੇ ਹੋ। ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਸਿੰਟੈਕਸ। ਸਿੰਟੈਕਸ ਕੀ ਹੁੰਦਾ ਆ ਜੀ? ਇਹ ਕੁਝ ਰੂਲਸ ਹੁੰਦੇ ਨੇ ਜਿਨ੍ਹਾਂ ਦੀ ਵਰਤੋਂ ਆਪਾਂ ਕਰਦੇ ਹੈਗੇ ਆ ਸ਼ਬਦਾਂ ਨੂੰ ਅੱਗੇ ਪਿੱਛੇ ਲਿਖਣ ਦੇ ਲਈ। ਜਿਵੇਂ ਆਪਾਂ ਸਿੰਟੈਕਸ ਨੂੰ ਫੋਲੋ ਕਰਾਂਗੇ ਤਾਂ ਆਪਾਂ ਕਹਿ ਸਕਦੇ ਹਾਂ ਕੋਈ ਜਿਹੜਾ ਵਾਕ ਹੈਗਾ ਆ ਉਹ ਪ੍ਰੋਪਰ ਸਹੀ ਤਰੀਕੇ ਨਾਲ ਲਿਖਿਆ ਹੋਇਆ। ਆਪਾਂ ਕੁਝ ਆਰਡਰ ਦਾ ਧਿਆਨ ਰੱਖਦੇ ਹਾਂ। ਉਦਾਹਰਣ ਦਿੱਤੀ ਹੈ, ਜਿਵੇਂ ਮੈਂ ਕਿਹਾ ਆਈ ਪਲੇ ਫੁੱਟਬਾਲ, ਕਿ ਮੈਂ ਫੁੱਟਬਾਲ ਖੇਡਦਾ ਹਾਂ। ਨਾਟ, ਇਹ ਨਹੀਂ ਮੈਂ ਕਹਿੰਦਾ ਕਿ ਫੁੱਟਬਾਲ ਆਈ ਪਲੇ। ਮਤਲਬ ਇਹ ਕਿ ਆਪਾਂ ਨੂੰ ਇੰਗਲਿਸ਼ ਦੇ ਵਿੱਚ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਆ, ਸਿੰਟੈਕਸ ਨੂੰ ਫੋਲੋ ਕਰਨਾ ਪੈਂਦਾ ਆ। ਸਟਰਕਚਰ ਆਫ ਰੂਲਸ ਕਹਿ ਲਓ ਤੁਸੀਂ, ਕਿ ਆਪਾਂ ਇਹ ਕੁਝ ਇਸ ਤਰ੍ਹਾਂ ਦੇ ਰੂਲਸ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਰਾਈਟ ਆਰਡਰ ਵਿੱਚ ਰੱਖੀਏ ਫਿਰ ਹੀ ਸੈਂਟੈਂਸ ਸਹੀ ਹੋਊਗਾ, ਉਹਨੂੰ ਆਪਾਂ ਸਿੰਟੈਕਸ ਦਾ ਨਾਮ ਦਿੰਨੇ ਆ। ਲਾਸਟ ਤੇ ਆਉਂਦਾ ਆ ਜੀ ਸਿਮੈਂਟਿਕਸ। ਕੀ ਹੁੰਦਾ ਆ ਸਿਮੈਂਟਿਕਸ? ਸਿਮੈਂਟਿਕਸ ਦਾ ਮਤਲਬ ਹੁੰਦਾ ਆ ਦਿਸ ਇਜ਼ ਦਾ ਮੀਨਿੰਗ ਬਿਹਾਈਂਡ ਵਰਡਸ ਐਂਡ ਸੈਂਟੈਂਸਸ, ਕਿ ਆਪਾਂ ਕੋਈ ਸ਼ਬਦ ਵਾਕ ਲਿਖ ਦਿੱਤਾ ਆ ਤੇ ਉਹਦੀ ਕੋਈ ਸੈਂਸ ਵੀ ਬਣਨੀ ਚਾਹੀਦੀ ਹੈ। ਸਿਮੈਂਟਿਕਸ ਦੇ ਵਿੱਚ ਆਪਾਂ ਮੀਨਿੰਗਫੁਲ ਸੈਂਟੈਂਸਸ ਦੀ ਗੱਲ ਕਰਦੇ ਹਾਂ। ਸਿਮੈਂਟਿਕਸ ਦੇ ਵਿੱਚ ਆਪਾਂ ਮੀਨਿੰਗਫੁਲ ਸੈਂਟੈਂਸਸ ਦੀ ਗੱਲ ਕਰਦੇ ਹੈਗੇ ਆ। ਜਿਵੇਂ ਕਿ ਇਹਨਾਂ ਨੇ ਲਿਖਿਆ ਦ ਕੈਟ ਸਲੀਪਸ ਔਨ ਦ ਮੈਟ, ਕਿ ਜਿਹੜੀ ਬਿੱਲੀ ਹੈਗੀ ਆ ਉਹ ਟਾੜ ਪੱਟੀ ਤੇ ਸੌ ਰਹੀ ਹੈਗੀ ਆ। ਇਹਦਾ ਤਾਂ ਕੋਈ ਸੈਂਸ ਬਣ ਰਿਹਾ, ਬਟ ਇੱਥੇ ਲਿਖਿਆ ਹੋਇਆ ਦ ਮੈਟ ਸਲੀਪਸ ਔਨ ਦ ਕੈਟ, ਇਹਦਾ ਕੋਈ ਮਤਲਬ ਬਣ ਰਿਹਾ ਕਿ ਜਿਹੜਾ ਮੈਟ ਆ, ਜਿਹੜੀ ਟਾੜ ਪੱਟੀ ਹੈ, ਉਹ ਸੌ ਰਿਹਾ ਬਿੱਲੀ ਦੇ ਉੱਤੇ। ਸੋ ਇਹਦਾ ਕੋਈ ਮਤਲਬ ਬਣਦਾ ਨਹੀਂ ਹੈ। ਹਾਲਾਂਕਿ ਇਹ ਜਿਹੜਾ ਸੈਂਟੈਂਸ ਹੋਊਗਾ ਦੂਸਰਾ ਗ੍ਰਾਮੈਟਿਕਲੀ ਜਾਂ ਫਿਰ ਸਿੰਟੈਕਸ ਵਾਂਗ ਜੇ ਤੁਸੀਂ ਵੇਖੋ ਤਾਂ ਹੋ ਸਕਦਾ ਇਹ ਸਹੀ ਹੋਵੇ, ਗ੍ਰਾਮੈਟਿਕਲੀ ਸਹੀ ਹੋ ਸਕਦਾ ਆ, ਬਟ ਸਿਮੈਂਟਿਕਸ ਦੇ ਵਿੱਚ ਆਪਾਂ ਮੀਨਿੰਗ ਵੇਖਦੇ ਹੈਗੇ ਆ ਕਿ ਮੀਨਿੰਗ ਕੀ ਬਣ ਰਿਹਾ ਕਿਸੇ ਸੈਂਟੈਂਸ ਦੇ ਵਿੱਚ। ਉਸ ਤੋਂ ਬਾਅਦ ਐਲੈਪਸਿਸ ਐਂਡ ਪਾਰਟਸ ਆਫ ਲੈਂਗੁਏਜ। ਇਹਦੇ ਵਿੱਚ ਇਹਨਾਂ ਨੇ ਸਮਝਾਇਆ ਹੋਇਆ ਕਿ ਆਪਾਂ ਜਦੋਂ ਕੋਈ ਸੈਂਟੈਂਸ ਹੁੰਦਾ ਆ ਉਹਨੂੰ ਛੱਡ ਦਿੰਨੇ ਆ ਕੁਝ ਗੱਲਾਂ ਕਹਿਣ ਤੋਂ ਬਾਅਦ। ਇਹਨਾਂ ਨੇ ਵਰਤੋਂ ਕੀਤੀ ਹੈਗੀ ਆ, ਜਿਵੇਂ ਸ਼ੀ ਵੈਂਟ ਟੂ ਦਾ ਪਾਰਕ ਐਂਡ ਆਈ, ਕਿ ਉਹ ਪਾਰਕ ਗਈ ਸੀਗੀ ਅਤੇ ਮੈਂ। ਇਹਦਾ ਮਤਲਬ ਕਲੀਅਰ ਹੈਗਾ ਆ ਕਿ ਵੀ ਮੈਂ ਵੀ ਗਿਆ ਸੀਗਾ ਪਾਰਕ। ਸੋ ਇਹਨੂੰ ਤੁਸੀਂ ਐਲੈਪਸਿਸ ਦਾ ਨਾਮ ਦਿੰਨੇ ਹੋ। ਇਸ ਤੋਂ ਬਾਅਦ ਇਹਨਾਂ ਨੇ ਪਾਰਟਸ ਆਫ ਲੈਂਗੁਏਜ ਦੀ ਗੱਲ ਕੀਤੀ ਹੈ, ਭਾਸ਼ਾ ਦੇ ਕਿਹੜੇ-ਕਿਹੜੇ ਹਿੱਸੇ ਤੁਹਾਨੂੰ ਵੇਖਣ ਨੂੰ ਮਿਲਦੇ ਆ, ਜਿਹਦੀ ਗੱਲ ਆਪਾਂ ਕਰ ਚੁੱਕੇ ਹਾਂ। ਫੋਨੀਮਸ ਜਿਹਨੂੰ ਤੁਸੀਂ ਸਾਊਂਡਸ ਕਹਿ ਸਕਦੇ ਹੋ। ਮੋਰਫੀਮਸ ਇੱਥੇ ਗੱਲ ਕੀਤੀ ਜਾ ਰਹੀ ਹੈ। ਵਰਡ ਪਾਰਟ ਦੀ ਗੱਲ ਕੀਤੀ ਜਾਂਦੀ ਹੈ ਮੋਰਫੀਮ ਦੇ ਵਿੱਚ। ਸਿੰਟੈਕਸ ਦੇ ਵਿੱਚ ਆਪਾਂ ਸੈਂਟੈਂਸ ਦੇ ਸਟਰਕਚਰ ਦੀ ਗੱਲ ਕਰਦੇ ਹੈਗੇ ਆ। ਸਿਮੈਂਟਿਕਸ ਦੇ ਵਿੱਚ ਆਪਾਂ ਸੈਂਟੈਂਸ ਦੀ ਮੀਨਿੰਗ ਫੁੱਲ ਸੈਂਟੈਂਸਸ ਦੀ ਗੱਲ ਕਰਦੇ ਹੈਗੇ ਆ। ਐਂਡ ਇਸ ਤੋਂ ਬਾਅਦ ਮਦਰ ਟੰਗ, ਰੂਟ ਲੈਂਗੁਏਜ ਐਂਡ ਡਾਇਲੈਕਟਸ ਦੀ ਗੱਲ ਕੀਤੀ ਜਾਂਦੀ ਹੈ। ਮਦਰ ਟੰਗ ਕੀ ਹੈ? ਜਿਵੇਂ ਪੰਜਾਬੀ ਭਾਸ਼ਾ ਅਸੀਂ ਸਿੱਖੀ ਹੋਈ ਹੈ ਜਾਂ ਫਿਰ ਅਕਵਾਇਰ ਕੀਤੀ ਹੋਈ ਹੈ। ਪੰਜਾਬੀ ਭਾਸ਼ਾ ਨੂੰ ਆਪਾਂ ਅਕਵਾਇਰ ਕੀਤਾ ਹੋਇਆ, ਜਿਹੜੀ ਭਾਸ਼ਾ ਆਪਾਂ ਘਰੇ ਬੋਲਦੇ ਹੈਗੇ ਆ ਉਹਨੂੰ ਤੁਸੀਂ ਮਦਰ ਟੰਗ ਦਾ ਨਾਮ ਦਿੰਨੇ ਹੋ। ਰੂਟ ਲੈਂਗੁਏਜ ਕੀ ਹੁੰਦੀ ਹੈ ਜੀ? ਇੱਕ ਇਹੋ ਜਿਹੀ ਭਾਸ਼ਾ ਜਿਹਦੇ ਤੋਂ ਕਾਫੀ ਸਾਰੀਆਂ ਭਾਸ਼ਾਵਾਂ ਨਿਕਲੀਆਂ ਹੋਣ, ਉਹਨੂੰ ਤੁਸੀਂ ਰੂਟ ਲੈਂਗੁਏਜ ਕਹਿ ਸਕਦੇ ਹੋ। ਉਦਾਹਰਣ ਦਿੱਤੀ ਹੈ, ਜਿਵੇਂ ਲੈਟਿਨ ਲੈਂਗੁਏਜ ਹੈਗੀ ਆ। ਲੈਟਿਨ ਇਜ਼ ਦਾ ਰੂਟ ਲੈਂਗੁਏਜ ਫॉर ਮੈਨੀ ਯੂਰੋਪੀਅਨ ਲੈਂਗੁਏजेस। ਜਿਵੇਂ ਸਪੈਨਿਸ਼ ਅਤੇ ਫ੍ਰੈਂਚ ਭਾਸ਼ਾ ਹੈਗੀ ਆ, ਇਹਨਾਂ ਦੋਨਾਂ ਦੀ ਜਿਹੜੀ ਰੂਟ ਲੈਂਗੁਏਜ ਹੈਗੀ ਆ ਉਹ ਹੈਗੀ ਆ ਜੀ ਲੈਟਿਨ। ਉਸ ਤੋਂ ਬਾਅਦ ਇਹਨਾਂ ਨੇ ਉਪਭਾਸ਼ਾਵਾਂ ਜਾਂ ਫਿਰ ਡਾਇਲੈਕਟਸ ਦੀ ਗੱਲ ਕੀਤੀ ਹੈ ਕਿ ਇਹਦੇ ਵਿੱਚ ਤੁਹਾਨੂੰ ਸੇਮ ਭਾਸ਼ਾ ਦੀਆਂ ਤੁਹਾਨੂੰ ਅਲੱਗ-ਅਲੱਗ ਫਾਰਮਸ ਵੇਖਣ ਨੂੰ ਮਿਲਦੀਆਂ ਨੇ ਅਲੱਗ-ਅਲੱਗ ਏਰੀਆ ਦੇ ਵਿੱਚ, ਜਿਹਦੇ ਐਕਸੈਂਟਸ ਤੁਹਾਨੂੰ ਡਿਫਰੈਂਟ ਵੇਖਣ ਨੂੰ ਮਿਲ ਸਕਦੇ ਆ। ਹੋ ਸਕਦਾ ਉੱਥੇ ਕੁਝ ਸ਼ਬਦਾਂ ਦੀ ਵਰਤੋਂ ਵੀ ਅਲੱਗ ਤਰੀਕੇ ਨਾਲ ਕੀਤੀ ਜਾਂਦੀ ਹੋਵੇ। ਜਿਵੇਂ ਹਿੰਦੀ ਭਾਸ਼ਾ ਦੀ ਤੁਹਾਨੂੰ ਕਾਫੀ ਸਾਰੀਆਂ ਜਿਹੜੀਆਂ ਬੋਲੀਆਂ ਨੇ ਉਹ ਵੇਖਣ ਨੂੰ ਮਿਲਦੀਆਂ ਨੇ ਪੂਰੇ ਭਾਰਤ ਦੇ ਵਿੱਚ। ਇਸੇ ਤਰ੍ਹਾਂ ਹੀ ਪੰਜਾਬੀ ਦੀਆਂ ਵੀ ਕਾਫੀ ਸਾਰੀਆਂ ਉਪਭਾਸ਼ਾਵਾਂ ਵੇਖਣ ਨੂੰ ਮਿਲਦੀਆਂ ਨੇ। ਲਾਸਟ ਪੁਆਇੰਟ ਵੇਖ ਲਓ ਜੀ, ਬਾਇਲਿੰਗੁਅਲਿਜ਼ਮ ਐਂਡ ਪੋਲੀਗਲੋਟਿਜ਼ਮ। ਜੇਕਰ ਆਪਾਂ ਨੂੰ ਦੋ ਭਾਸ਼ਾਵਾਂ ਆਉਂਦੀਆਂ ਨੇ ਤਾਂ ਆਪਾਂ ਕਵਾਂਗੇ ਕਿ ਬਈ ਮੈਂ ਤਾਂ ਹੈਗਾ ਆ ਬਾਈਲਿੰਗੁਅਲ। ਪਰ ਜੇ ਤੁਹਾਨੂੰ ਦੋ ਨਾਲੋਂ ਜ਼ਿਆਦਾ ਭਾਸ਼ਾਵਾਂ ਆਉਂਦੀਆਂ ਨੇ ਫਿਰ ਤੁਸੀਂ ਕਹਿ ਸਕਦੇ ਹੋ ਕਿ ਬਈ ਮੈਂ ਹੈਗਾ ਆ ਪੋਲੀਗਲੋਟ। ਬੀਇੰਗ ਏਬਲ ਟੂ ਸਪੀਕ ਮੈਨੀ ਲੈਂਗੁਏजेस, ਕਾਫੀ ਸਾਰੀਆਂ ਭਾਸ਼ਾਵਾਂ ਆਉਂਦੀਆਂ ਹੋਣ ਫਿਰ। ਅ ਪਰਸਨ ਹੂ ਸਪੀਕਸ 5 or more languages is called polyglot। ਜਿਹਨੂੰ 5 ਤੋਂ ਜ਼ਿਆਦਾ ਭਾਸ਼ਾਵਾਂ ਆਉਂਦੀਆਂ ਹੋਣ ਉਹਨੂੰ ਤੁਸੀਂ ਪੋਲੀਗਲੋਟ ਦਾ ਨਾਮ ਦਿੰਦੇ ਹੋ। ਜਿਵੇਂ ਕਿਸੇ ਪਰਸਨ ਨੂੰ
ਹਿੰਦੀ, ਅੰਗਰੇਜ਼ੀ, ਫ੍ਰੈਂਚ, ਸਪੈਨਿਸ਼ ਅਤੇ ਜਰਮਨ ਆਉਂਦੀ ਹੋਵੇ ਉਹਨੂੰ ਤੁਸੀਂ ਪੋਲੀਗਲੌਟ ਕਹਿ ਸਕਦੇ ਹੋ। ਸੈਸ਼ਨ ਪਸੰਦ ਆਇਆ ਹੋਵੇ ਤਾਂ ਸੈਸ਼ਨ ਨੂੰ ਲਾਈਕ ਜ਼ਰੂਰ ਕਰਿਓ ਐਂਡ ਮੇਰੇ ਦੁਆਰਾ ਇਸ ਤਰ੍ਹਾਂ ਦੀਆਂ ਵੀਡੀਓਜ਼ ਜਦੋਂ ਤੱਕ ਪੀਐਸਟੈਟ ਦਾ ਪੇਪਰ ਨਹੀਂ ਕੰਡਕਟ ਕਰਵਾਇਆ ਜਾਂਦਾ ਉਦੋਂ ਤੱਕ ਰੈਗੂਲਰ ਬੇਸਿਸ ਤੇ ਆਪਣੇ ਡੋਰ ਸਟੈਪ ਐਜੂਕੇਸ਼ਨ ਪੁਆਇੰਟ ਚੈਨਲ ਤੇ ਵੀਡੀਓਜ਼ ਆਉਂਦੀਆਂ ਰਹਿਣਗੀਆਂ। ਸੋ ਵੀਡੀਓਜ਼ ਨੂੰ ਪ੍ਰਾਪਤ ਕਰਦੇ ਰਹਿਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ 2-4 ਜਿਹੜੇ ਸ਼ਬਦ ਨੇ ਜੀ ਇਸ ਕਲਾਸ ਦੇ ਲਈ ਉਹ ਵੀ ਕਮੈਂਟ ਕਰ ਸਕਦੇ ਹੋ। ਐਂਡ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।